ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਦੂਜਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। 6ਵੇਂ ਕਾਂਡ ਦਾ 17ਵਾਂ ਭਾਗ ਨਿੰਦਾ ਅਸਾਧ ਰੋਗ ਅਤੇ 18ਵਾਂ ਭਾਗ ਨਿੰਦਾ ਹਮਰਾ ਕਰੇ ਉਧਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌੜੀ ਕੀ ਵਾਰ ਦੀ 29ਵੀਂ ਪੌੜੀ ਵਿੱਚ ਪੰਚਮ ਪਾਤਸ਼ਾਹ ਜੀ ਦਾ ਸ਼ਲੋਕ ਹੈ। ਉਸ ਦੀ ਕੇਵਲ ਪਹਿਲੀ ਤੁਕ ਅਵਖਦ ਸਭੇ ਕੀਤੀਆਂ ਨਿੰਦਕ ਕਾ ਦਾਰੂ ਨਾਹੀਂ ਪੜ੍ਹ ਕੇ ਕਈ ਪ੍ਰਚਾਰਕ ਕਹਿ ਰਹੇ ਹੁੰਦੇ ਹਨ ਕਿ ਨਿੰਦਕ ਦਾ ਦਾਰੂ ਸਤਿਗੁਰਾਂ ਕੋਲ ਵੀ ਕੋਈ ਨਹੀਂ ਹੈ। ਕੇਵਲ ਇਸ ਉਪਰੋਕਤ ਗੁਰੂ ਫਰਮਾਨ ਤੋਂ ਇਹ ਸਮਝ ਲੈਣਾ ਕਿ ਨਿੰਦਕ ਨੂੰ ਸੁਧਾਰ ਸਕਣਾ ਸਤਿਗੁਰਾਂ ਦੇ ਵੱਸ ਦੀ ਗੱਲ ਨਹੀਂ ਸੀ, ਨਿਰਾ ਗਲਤ ਹੀ ਨਹੀਂ ਹੋਵੇਗਾ, ਸਗੋਂ ਅਸੀਂ ਇਹ ਕਹਿਣ ਜੋਗੇ ਵੀ ਨਹੀਂ ਰਹਾਂਗੇ ਕਿ ਗੁਰਦੇਵ ਜੀ ਸਰਬ ਕਲਾ ਸਮਰੱਥ ਹਨ ਤੇ ਸਨ। ਜਿਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੱਜਣ ਵਰਗੇ ਪੇਸ਼ਾਵਰ ਕਾਤਲ ਠੱਗ ਨੂੰ ਧਰਮ ਪ੍ਰਚਾਰਕ ਭਾਈ ਸੱਜਣ ਬਣਾ ਦਿੱਤਾ, ਜਿਸ ਸਮਰੱਥ ਸਤਿਗੁਰੂ ਜੀ ਨੇ ਆਦਮਖੋਰ ਕੌਡੇ ਦੈਂਤ ਨੂੰ ਲੋਕਾਂ ਦਾ ਸੇਵਾਦਾਰ ਭਾਈ ਕੌਡਾ ਬਣਾ ਦਿੱਤਾ, ਕਿ ਉਹ ਕਿਸੇ ਨਿੰਦਕ ਦਾ ਨਿੰਦਿਆ ਰੋਗ ਨਹੀਂ ਸਨ ਹਟਾ ਸਕਦੇ। ਪਰ ਸੁਖਮਨੀ ਸਾਹਿਬ ਦੀ 13ਵੀਂ ਅਸ਼ਟਪਦੀ ਦੇ ਤੀਜੇ ਪਦੇ ਦੀ ਆਖਰੀ ਤੁਕ ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੈ ਤਾਂ ਉਸਕਾ ਵੀ ਹੋਏ ਮੋਖ ਪੜ੍ਹੀ ਹੈ। ਇਸ ਵਿੱਚ ਪੰਚਮ ਪਾਤਸ਼ਾਹ ਜੀ ਨੇ ਸਪਸ਼ਟ ਤੌਰ 'ਤੇ ਫਰਮਾਇਆ ਹੈ ਕਿ ਸੰਤ ਦੀ ਨਿੰਦਿਆ ਕਰਨੀ ਬਹੁਤ ਮਾੜਾ ਕੰਮ ਹੈ, ਪਰ ਜੇ ਸੰਤਾਂ ਨੂੰ ਭਾਵੇ ਤਾਂ ਉਸ ਨਿੰਦਕ ਦਾ ਵੀ ਨਿੰਦਿਆ ਤੋਂ ਛੁਟਕਾਰਾ ਹੋ ਸਕਦਾ ਹੈ। ਅਤੇ ਉੱਪਰ ਗੌੜੀ ਕੀ ਵਾਰ ਦੀ 26ਵੀਂ ਪੌੜੀ ਨਾਲ ਸ੍ਰੀ ਗੁਰੂ ਅਮਰਦਾਸ ਜੀ ਦਾ ਸ਼ਲੋਕ ਹੈ, ਜਿਸ ਵਿੱਚ ਗੁਰੂ ਨਿੰਦਕ ਲਈ ਦੀਨ ਦੁਨੀਆ ਵਿੱਚ ਕਿਤੇ ਵੀ ਕੋਈ ਠਿਕਾਣਾ ਨਾ ਕਹਿਣ ਦੇ ਨਾਲ ਸ਼ਲੋਕ ਦੀ ਅੰਤਲੀ ਤੁਕ ਹੈ, ਸਤਿਗੁਰ ਪੁਰਖ ਨਰਵੈਰ ਹੈ ਆਪੇ ਲਏ ਜਿਸ ਲਾਏ ਨਾਨਕ ਦਰਸ਼ਨ ਜਿਨ੍ਹਾਂ ਵਖਾਲਿਓਨ ਤਿਨਾਂ ਦਰਗਾਹ ਲਏ ਛਡਾਏ। ਭਾਵ ਪੁਰਖ ਮਰਦ ਸੂਰਮਾ ਸਤਿਗੁਰੂ ਅਜਿਹਾ ਨਿਰਵੈਰ ਹੈ ਕਿ ਉਸ ਨਿੰਦਕ ਨੂੰ ਵੀ ਆਪੇ ਭਾਵ ਆਪਣੇ ਆਪ ਮਿਹਰ ਕਰਕੇ ਚਰਨੀ ਲਾ ਲੈਂਦਾ ਹੈ ਤੇ ਜਿਨ੍ਹਾਂ ਨੂੰ ਹਰੀ ਦਾ ਦਰਸ਼ਨ ਕਰਾਉਂਦਾ ਹੈ ਉਹਨਾਂ ਨੂੰ ਦਰਗਾਹ ਵਿੱਚ ਛੁਡਾ ਲੈਂਦਾ ਹੈ। ਪਹਿਲਾਂ ਤਾਂ ਆਪਣੇ ਨਾਨਾ ਗੁਰਦੇਵ ਜੀ ਦੇ ਫਰਮਾਨ ਤੋਂ ਉਲਟ ਨਿੰਦਿਆ ਰੋਗ ਨੂੰ ਲਾ ਇਲਾਜ ਲਿਖ ਦਿੱਤਾ ਅਤੇ ਫਿਰ ਆਪਣੇ ਲਿਖੇ ਨੂੰ ਆਪ ਹੀ ਰੱਦ ਕਰ ਦਿੱਤਾ। ਅਜਿਹੀ ਤਾਂ ਵਿਚਾਰ ਕਰਨੀ ਵੀ ਮਹਾਂ ਪਾਪ ਹੈ ਕਿ ਅਭੁੱਲ ਗੁਰਦੇਵ ਜੀ ਨੇ ਵੀ ਬ੍ਰਾਹਮਣ ਵਾਂਗ ਆਪਣੇ ਲਿਖੇ ਦੀ ਆਪੇ ਹੀ ਖੰਡਨਾ ਕਰ ਦਿੱਤੀ ਹੈ। ਅਸੀਂ ਕਈ ਵਾਰ ਪਿੱਛੇ ਪੜ੍ਹਿਆ ਹੈ ਕਿ ਕਿਸੇ ਇੱਕ ਤੁਕ ਤੋਂ ਗੁਰਮਤਿ ਦਾ ਸਿਧਾਂਤ ਮਿੱਥ ਲੈਣਾ ਠੀਕ ਨਹੀਂ ਹੈ। ਸਮੁੱਚੀ ਗੁਰਬਾਣੀ ਗਿਆਨ ਨੂੰ ਮੁੱਖ ਰੱਖ ਕੇ ਤੁਕ, ਸ਼ਲੋਕ ਜਾਂ ਗੁਰੂ ਸ਼ਬਦ ਦੇ ਅਰਥ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ। ਸੁਖਮਨੀ ਸਾਹਿਬ ਵਿੱਚ ਉਸ ਨਿੰਦਕ ਦਾ ਜ਼ਿਕਰ ਹੈ ਜੋ ਸੰਤਾਂ ਦੀ ਨਿੰਦਿਆ ਕਰ ਰਿਹਾ ਹੈ, ਅਤੇ ਜੇ ਉਹੀ ਸੰਤ ਨਿੰਦਕ ਆਪਣੀ ਉਸ ਭੁੱਲ ਨੂੰ ਸਮਝ ਕੇ ਪਛਤਾਵਾ ਕਰੇ ਅਤੇ ਸੰਤਾਂ ਦੀ ਸ਼ਰਨ ਵਿੱਚ ਆ ਜਾਵੇ, ਭਾਵ ਸੰਤ ਗੁਰੂ ਸਾਹਿਬ ਦੇ ਬਚਨ ਅਨੁਸਾਰ ਆਪਣਾ ਜੀਵਨ ਬਣਾਉਣਾ ਆਰੰਭ ਕਰ ਦੇਵੇ, ਤਾਂ ਸੰਤਾਂ ਦੀ ਨਿੰਦਿਆ ਕਰਨ ਵਾਲੀ ਆਦਤ ਆਪਣੇ ਆਪ ਜਾਂਦੀ ਰਹੇਗੀ। ਉਪਰੋਕਤ ਤੁਕ ਵਾਲਾ ਪੂਰਾ ਸ਼ਲੋਕ ਇਸ ਪ੍ਰਕਾਰ ਹੈ। ਅਵਖਦ ਸਭੇ ਕੀਤੀਆਂ ਨਿੰਦਕ ਕਾ ਦਾਰੂ ਨਾਹੀਂ ਆਪ ਭੁਲਾਏ ਨਾਨਕਾ ਪਚ ਪਚ ਜੋਨੀ ਪਾਹੇ। ਪੰਨਾ 315। ਅਰਥ ਸਾਰੇ ਰੋਗਾਂ ਦੇ ਦਾਰੂ ਉਸ ਪ੍ਰਭੂ ਨੇ ਬਣਾਏ ਹਨ, ਪਰ ਨਿੰਦਕਾਂ ਦੇ ਨਿੰਦਾ ਰੋਗ ਦਾ ਕੋਈ ਇਲਾਜ ਨਹੀਂ। हे ਨਾਨਕ, ਪ੍ਰਭੂ ਨੇ ਆਪ ਭੁਲੇਖੇ ਵਿੱਚ ਪਾਏ ਹੋਏ ਹਨ। ਇਸ ਆਪਣੇ ਕੀਤੇ ਅਨੁਸਾਰ ਨਿੰਦਕ ਖੱਪ ਖੱਪ ਕੇ ਜੂਨੀਆਂ ਵਿੱਚ ਪੈਂਦੇ ਹਨ। ਉਪਰੋਕਤ ਸ਼ਲੋਕ ਦੀ ਦੂਜੀ ਤੁਕ ਵਿੱਚ ਫਰਮਾਨ ਹੈ, ਆਪ ਭੁਲਾਏ ਨਾਨਕਾ ਪਚ ਪਚ ਜੋਨੀ ਪਾਹੇ। ਆਓ ਹੁਣ ਪਹਿਲਾਂ ਆਪ ਭੁਲਾਏ ਤੁਕ ਦੇ ਠੀਕ ਅਰਥ ਸਮਝ ਲਈਏ। ਪਿੱਛੇ ਆਏ ਗੁਰੂ ਸ਼ਬਦ ਦੀ ਅੰਤਲੀ ਤੁਕ ਆਦ ਪੁਰਖ ਨਿੰਦਕ ਭੁਲਾਇਆ ਨਾਨਕ ਕਿਰਤ ਨਾ ਜਾਏ ਮਿਟਾਇਆ। ਪੰਨਾ 1145। ਭਾਵ ਪਰਮਾਤਮਾ ਨੇ ਆਪ ਹੀ ਨਿੰਦਕ ਨੂੰ ਗਲਤ ਰਸਤੇ 'ਤੇ ਪਾ ਰੱਖਿਆ ਹੈ, ਕਿਉਂਕਿ ਰੱਬੀ ਵਿਧਾਨ ਅਨੁਸਾਰ ਮਨੁੱਖ ਦੇ ਪਿਛਲੇ ਜਨਮਾਂ ਦੇ ਕੀਤੇ ਨਿੰਦਿਆ ਕਰਮਾਂ ਦੇ ਸੰਸਕਾਰ ਦਾ ਢੇਰ ਉਸ ਕੋਲੋਂ ਆਪਣੇ ਉਦਮ ਨਾਲ ਮਿਟਾਇਆ ਨਹੀਂ ਜਾ ਸਕਦਾ।
ਇਸ ਲਈ ਉਸ ਨੇ ਨਿੰਦਾ ਰੋਗ ਤੋਂ ਦੁਖੀ ਜ਼ਰੂਰ ਹੋਣਾ ਹੈ। ਫਿਰ ਇਹ ਵਿਧਾਨ ਵੀ ਉਸੇ ਸਿਰਜਣਹਾਰ ਦਾ ਹੀ ਹੈ ਕਿ ਜੇ ਮਨੁੱਖ ਆਪਣੀ ਮੱਤ ਨੂੰ ਭਰੀਐ ਮਤ ਪਾਪਾਂ ਕੈ ਸੰਗ ਜਪਜੀ ਸਾਹਿਬ ਪਾਪਾਂ ਦੀ ਮੈਲ ਨਾਲ ਭਰ ਲਵੇ ਤਾਂ ਉਸ ਮੈਲ ਨੂੰ ਧੋ ਸਕਣ ਦਾ ਗੁਰਮਤਿ ਵਿਧਾਨ ਹੈ, ਉਹ ਧੋਪੈ ਨਾਮੈ ਕੈ ਰੰਗ। ਪਰ ਇੱਥੇ ਤਾਂ ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ ਗੁਰ ਕੀ ਦਾਤ ਨਾ ਪਾਈ, ਪੰਨਾ 505। ਨਿੰਦਕ ਤਾਂ ਏਡਾ ਹੰਕਾਰੀ ਅਤੇ ਮੂੰਹ ਕਾਲਾ ਹੈ ਕਿ ਉਸ ਨੂੰ ਸਤਿਗੁਰਾਂ ਦੀ ਬਖਸ਼ਿਸ਼ ਚੰਗੀ ਹੀ ਨਹੀਂ ਲੱਗਦੀ, ਕਿਉਂਕਿ ਨਿੰਦਕ ਗੁਰੂ ਦੇ ਕਹੇ ਅਨੁਸਾਰ ਤੁਰ ਕੇ ਨਾਮ ਰੰਗ ਵਿੱਚ ਆਪਣੇ ਹਿਰਦੇ ਨੂੰ ਨਹੀਂ ਰੰਗਦਾ। ਇਸ ਲਈ ਨਿੰਦਾ ਦੀ ਆਦਤ ਸਾਂਭੀ ਬੈਠੇ ਨਿੰਦਕ ਦੇ ਨਿੰਦਾ ਰੋਗ ਦਾ ਹੋਰ ਕੋਈ ਦਾਰੂ ਨਹੀਂ ਹੈ। ਨਿੰਦਕ ਤਾਂ ਹੰਕਾਰ ਵਸ ਹੋਇਆ ਸਾਰਿਆਂ ਵਿੱਚ ਐਬ ਵੇਖਣ ਵਾਲੇ ਆਪਣੇ ਸੁਭਾਅ ਨੂੰ ਹੀ ਠੀਕ ਮੰਨ ਬੈਠਾ ਹੈ। ਜੇ ਆਪਣੀ ਮੱਤ ਗਵਾ ਕੇ ਸਤਿਗੁਰਾਂ ਦੀ ਸ਼ਰਨ ਵਿੱਚ ਹਾਜ਼ਰ ਨਹੀਂ ਹੁੰਦਾ, ਭਾਵ ਸਤਿਗੁਰਾਂ ਦੇ ਬਚਨਾਂ ਅਨੁਸਾਰ ਆਪਣੀ ਜੀਵਨ ਜੁਗਤ ਨਹੀਂ ਸਵਾਰਦਾ, ਤਾਂ ਉਸ ਦਾ ਨਿੰਦਾ ਰੋਗ ਲਾ ਇਲਾਜ ਹੈ। ਗੁਰੂ ਦੇ ਘਰ ਦਾ ਬਿਰਧ ਹੈ ਕਿ ਅੰਦਰੋਂ ਖੋਟਾ ਮੂੰਹ ਦਾ ਮਿੱਠਾ ਭੈੜੇ ਤੋਂ ਭੈੜਾ ਗੁਰੂ ਨਿੰਦਕ ਵੀ ਜੇ ਸਤਿਗੁਰਾਂ ਦੀ ਸ਼ਰਨੀ ਆ ਪਏ ਤਾਂ ਉਸ ਦਾ ਜੀਵਨ ਵੀ ਸੁਧਰ ਸਕਦਾ ਹੈ। ਸਤਿਗੁਰ ਸੇਤੀ ਗਣਤ ਜੇ ਰੱਖੈ ਹਲਤ ਸਭ ਤਿਸਕਾ ਗਿਆ, ਨਿਤ ਝਈਆ ਪਾਏ ਝੱਗੂ ਸੁੱਟੇ ਝੱਖਦਾ ਝੜ ਭਇਆ, ਨਿਤ ਉਪਾਵ ਕਰੇ ਮਾਇਆ ਧਨ ਕਾਰਨ ਅਗਲਾ ਧਨ ਵੀ ਉੱਡ ਗਿਆ, ਕਿਆ ਉਹ ਖੱਟੇ ਕਿਆ ਉਹ ਖਾਵੇ ਜਿਸ ਅੰਦਰ ਸਹਸਾ ਦੁੱਖ ਭਇਆ, ਨਰਵੈਰੇ ਨਾਲ ਜੇ ਵੈਰ ਰਚਾਏ ਸਭ ਪਾਪ ਜਗਤੇ ਕਾ ਤਿੰਨ ਸਿਰ ਲਿਆ, ਉਸ ਅੱਗੇ ਪਿੱਛੇ ਢੋਈ ਨਾਹੀਂ ਜਿਸ ਅੰਦਰ ਨਿੰਦਾ ਮੋਹ ਅੰਬ ਪਿਆ, ਜੇ ਸੋਨੇ ਨੂੰ ਉਹ ਹੱਥ ਪਾਏ ਤਾਂ ਖੇਹੂ ਸੇਤੀ ਰਲ ਗਿਆ, ਜੇ ਗੁਰ ਕੀ ਸ਼ਰਣੀ ਫਿਰ ਉਹ ਆਵੇ ਤਾਂ ਪਿਛਲੇ ਔਗਣ ਬਖਸ਼ ਲਿਆ, ਜਾਂ ਨਾਨਕ ਅੰਧ ਨਾਮ ਤੇ ਆਇਆ ਹਰ ਸਿਮਰਤ ਕਿਲ ਵਿਖ ਪਾਪ ਗਏ, ਪੰਨਾ 307। ਅਰਥ, ਜੋ ਮਨੁੱਖ ਸਤਿਗੁਰ ਨਾਲ ਗਣਤ ਕਿੜ ਵੈਰ ਰੱਖਦਾ ਹੈ ਉਸ ਦਾ ਲੋਕ ਪਰਲੋਕ ਸਮੁੱਚੇ ਹੀ ਵਿਅਰਥ ਜਾਂਦੇ ਹਨ, ਉਸ ਦੀ ਪੇਸ਼ ਤਾਂ ਜਾਂਦੀ ਨਹੀਂ। ਇਸ ਕਰਕੇ ਉਹ ਸਦਾ ਕਚੀਚੀਆਂ ਵੱਟਦਾ ਹੈ ਤੇ ਦੰਦ ਪੀਂਦਾ ਹੈ ਤੇ ਅੰਤ ਨੂੰ ਖਪਦਾ ਨਸ਼ਟ ਹੋ ਜਾਂਦਾ ਹੈ, ਆਤਮਕ ਮੌਤ ਸਹੇੜ ਲੈਂਦਾ ਹੈ। ਸਤਿਗੁਰ ਦਾ ਉਹ ਦੋਖੀ ਸਦਾ ਮਾਇਆ ਲਈ ਵਿਉਂਤਾਂ ਕਰਦਾ ਹੈ, ਪਰ ਉਸ ਦਾ ਅਗਲਾ ਕਮਾਇਆ ਹੋਇਆ ਵੀ ਹੱਥੋਂ ਜਾਂਦਾ ਰਹਿੰਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿੱਚ ਝੋਰਾ ਤੇ ਸਾੜਾ ਹੋਵੇ ਉਸ ਨੇ ਖੱਟਣਾ ਕੀ ਤੇ ਖਾਣਾ ਕੀ, ਭਾਵ ਉਹ ਨਾ ਕੁਝ ਖੱਟ ਸਕਦਾ ਹੈ ਤੇ ਨਾ ਖੱਟੇ ਹੋਏ ਦਾ ਆਨੰਦ ਮਾਣ ਸਕਦਾ ਹੈ। ਜੋ ਮਨੁੱਖ ਨਿਰਵੈਰ ਨਾਲ ਵੈਰ ਕਰਦਾ ਹੈ ਉਹ ਸਾਰੇ ਸੰਸਾਰ ਦੇ ਪਾਪਾਂ ਦਾ ਭਾਰ ਆਪਣੇ ਸਿਰ ਤੇ ਲੈਂਦਾ ਹੈ। ਉਸ ਨੂੰ ਲੋਕ ਪਰਲੋਕ ਵਿੱਚ ਕੋਈ ਆਸਰਾ ਨਹੀਂ ਦਿੰਦਾ। ਜਿਸ ਦੇ ਹਿਰਦੇ ਵਿੱਚ ਤਾਂ ਨਿੰਦਿਆ ਹੋਵੇ ਪਰ ਮੂੰਹ ਵਿੱਚ ਅੰਬ ਹੋਵੇ, ਭਾਵ ਜੋ ਮੂੰਹੋਂ ਮਿੱਠਾ ਬੋਲੇ, ਇਹੋ ਜਿਹਾ ਖੋਟਾ ਮਨੁੱਖ ਜੋ ਸੋਨੇ ਨੂੰ ਹੱਥ ਪਾਏ ਤਾਂ ਉਹ ਵੀ ਸਵਾਹ ਨਾਲ ਰਲ ਜਾਂਦਾ ਹੈ। ਫਿਰ ਵੀ ਭਾਵ ਇਹੋ ਜਿਹਾ ਨੀਚ ਨਿੰਦ ਪਾਪੀ ਹੁੰਦਿਆਂ ਵੀ ਜੇ ਉਹ ਹੰਕਾਰ ਗਵਾ ਕੇ ਸਾਰਿਆਂ ਦੇ ਚਰਨਾਂ ਦੀ ਧੂੜ ਹੋ ਕੇ ਹੋ ਸਭਨਾ ਕੀ ਰੇਣੂਕਾ ਤੋ ਆਓ ਹਮਾਰੇ ਪਾਸ, ਪੰਨਾ 1102। ਸਤਿਗੁਰ ਜੀ ਦੀ ਚਰਨੀ ਆ ਲੱਗੇ ਤਾਂ ਗੁਰਦੇਵ ਜੀ ਉਸ ਦੇ ਪਿਛਲੇ ਔਗਣਾਂ ਨੂੰ ਬਖਸ਼ ਦਿੰਦੇ ਹਨ। ਜੋ ਮਨੁੱਖ ਸਤਿਗੁਰਾਂ ਦੇ ਉਪਦੇਸ਼ ਅਨੁਸਾਰ ਹਰ ਰੋਜ਼ ਨਾਮ ਜਪਦਾ, ਪ੍ਰਭੂ ਨੂੰ ਸਿਮਰਦਿਆਂ ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ। ਕਿਸੇ ਇੱਕ ਅੱਧੀ ਤੁਕ ਤੋਂ ਭੁਲੇਖਾ ਖਾ ਕੇ ਇਹ ਕਹਿਣ ਲੱਗ ਪੈਣਾ ਕਿ ਨਿੰਦਕ ਦਾ ਇਲਾਜ ਤਾਂ ਸਤਿਗੁਰਾਂ ਕੋਲ ਵੀ ਨਹੀਂ ਹੈ, ਬੜੀ ਭੁੱਲ ਹੈ। ਸੋ ਪਾਠਕ ਜੀਓ, ਜਿੰਨਾ ਚਿਰ ਅਸੀਂ ਗੁਰਬਾਣੀ ਤੁਕਾਂ ਦੇ ਮਨਮਤੀ ਅਰਥ ਕਰਨ ਦੇ ਚੱਕਰ ਵਿੱਚੋਂ ਨਹੀਂ ਨਿਕਲਦੇ, ਉਨਾ ਚਿਰ ਗੁਰਮਤਿ ਗਿਆਨ ਤੋਂ ਦੂਰ ਰਹਾਂਗੇ ਅਤੇ ਔਜੜੇ ਪਏ ਹੋਏ ਇੱਧਰ ਉੱਧਰ ਟੱਕਰਾਂ ਮਾਰਦੇ ਜੀਵਨ ਗਵਾ ਕੇ ਤੁਰ ਜਾਵਾਂਗੇ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗਈ, ਜਿਉ ਬਾਂਸ ਬਜਾਈਐ ਫੂਕ, ਪੰਨਾ 1372। ਪਰ ਜਿੱਥੇ ਦੋਹਾਂ ਅੱਖਾਂ ਤੋਂ ਅੰਨੇ, ਹਿੰਦੂ ਅੰਨਾ ਤੁਰਕੂ ਕਾਣਾ, ਪੰਨਾ 875। ਬਿੱਪਰ ਨੂੰ ਗੁਰੂ ਧਾਰ ਲਿਆ ਹੋਇਆ ਹੋਵੇ, ਗੁਰੂ ਜਿਨ੍ਹਾਂ ਕਾ ਅੰਧੁਲਾ, ਸਿੱਖ ਵੀ ਅੰਧੇ ਕਰਮ ਕਰੇ ਨਾ,
ਉਹ ਭਾਣੇ ਚੱਲਣ ਆਪਣੇ, ਨਿਤ ਝੂਠੋ ਝੂਠ ਬੋਲੇਨ। ਕੂੜ ਕੁਸੱਤ ਕਮਾਵਦੇ, ਪਰ ਨਿੰਦਾ ਸਦਾ ਕਰੇਨ। ਓਏ ਆਪ ਡੁੱਬੇ ਪਰ ਨਿੰਦਕਾਂ, ਸਗਲੇ ਕੁਲ ਡੋਬੇਨ। ਨਾਨਕ ਜਿਤ ਉਹ ਲਾਏ ਤਿਤ ਲੱਗੇ, ਓਏ ਬੱਪੜੇ ਕਿਆ ਕਰੇਨ। ਪੰਨਾ 951। ਫੁੱਟਨੋਟ: ਪਾਵਨ ਸ਼ਲੋਕ ਦੀ ਅੰਤਲੀ ਤੁਕ ਖਾਸ ਤੌਰ 'ਤੇ ਧਿਆਨ ਗੋਚਰੀ ਹੈ। ਇਸੇ ਤਰ੍ਹਾਂ ਹੋਰ ਕਈ ਗੁਰੂ ਸ਼ਬਦਾਂ ਦੀਆਂ ਅੰਤਲੀਆਂ ਤੁਕਾਂ ਵਿੱਚ ਮਨੁੱਖ ਵਿਚਲੇ ਕਥਿਤ ਵਿਕਾਰਾਂ ਦੀ ਜਾਂ ਔਗਣਾਂ ਦੀ ਸਾਰੀ ਜ਼ਿੰਮੇਵਾਰੀ ਸਿਰਜਣਹਾਰ 'ਤੇ ਹੀ ਪਾਈ ਹੋਈ ਨਜ਼ਰ ਆਵੇਗੀ। ਇਸ ਵਿਸ਼ੇ ਨੂੰ ਠੀਕ ਤਰ੍ਹਾਂ ਸਮਝਣ ਲਈ ਅਡਰੇ ਲੇਖ ਦੀ ਲੋੜ ਸੀ। ਪੁਸਤਕ ਦੇ 8ਵੇਂ ਭਾਗ ਵਿਚਲਾ ਇਹ ਲੇਖ ਪੜ੍ਹਨਯੋਗ ਹੈ। ਅਰਥ: ਜਿਨ੍ਹਾਂ ਮਨੁੱਖਾਂ ਦਾ ਗੁਰੂ ਆਪ ਅਗਿਆਨੀ ਅੰਨ੍ਹਾ ਹੈ, ਉਹ ਸਿੱਖ ਵੀ ਅੰਨ੍ਹੇ ਕੰਮ ਭਾਵ ਮੰਦੇ ਕੰਮ ਹੀ ਕਰਦੇ ਹਨ। ਅੰਨ੍ਹੇ ਗੁਰੂ ਦੇ ਉਹ ਸਿੱਖ ਆਪਣੀ ਮਰਜ਼ੀ ਦੇ ਮਗਰ ਲੱਗਦੇ ਹਨ ਤੇ ਸਦਾ ਝੂਠ ਬੋਲਦੇ ਹਨ, ਝੂਠ ਤੇ ਠੱਗੀ ਕਮਾਉਂਦੇ ਹਨ, ਸਦਾ ਦੂਜਿਆਂ ਦੀ ਨਿੰਦਿਆ ਕਰਦੇ ਹਨ। ਅਜਿਹੇ ਲੋਕ ਆਪ ਵੀ ਡੁੱਬਦੇ ਹਨ ਤੇ ਆਪਣੀਆਂ ਆਉਣ ਵਾਲੀਆਂ ਕੁੱਲਾਂ ਵੀ ਗਰਕ ਕਰ ਲੈਂਦੇ ਹਨ। ਪਰ ਉਹ ਵਿਚਾਰੇ ਵੀ ਕੀ ਕਰਨ, ਜਿੱਧਰ ਉਹਨਾਂ ਨੂੰ ਪ੍ਰਭੂ ਨੇ ਲਾਇਆ ਹੋਇਆ ਹੈ ਉੱਧਰ ਹੀ ਲੱਗੇ ਹੋਏ ਹਨ। ਮੇਰੇ ਮਨ ਤਜ ਨਿੰਦਾ ਹਉਮੈ ਅਹੰਕਾਰ, ਹਰ ਜਿਉ ਸਦਾ ਧਿਆਏ ਤੂੰ। ਗੁਰਮੁਖ ਇੱਕ ਓਂਕਾਰ। ਰਹਾਉ। ਪੰਨਾ 29। ਭਾਗ 18ਵਾਂ। ਨਿੰਦਾ ਹਮਰਾ ਕਰੇ ਉਦਹਾਰ। ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ। ਨਿੰਦਾ ਬਾਪ ਨਿੰਦਾ ਮਹਤਾਰੀ। ਰਹਾਉ। ਨਿੰਦਾ ਹੋਏ ਤਾਂ ਬੈਕੁੰਠ ਜਾਈਐ, ਨਾਮ ਪਦਾਰਥ ਮਨੇ ਬਸਾਈਐ। ਹਿਰਦੇ ਸੁਧ ਜੋ ਨਿੰਦਾ ਹੋਏ, ਹਮਰੇ ਕਪੜੇ ਨਿੰਦਕ ਧੋਏ। ਨਿੰਦਾ ਕਰੇ ਸੋ ਹਮਰਾ ਮੀਤ, ਨਿੰਦਕ ਮਾਹੇ ਹਮਾਰਾ ਚੀਤ। ਨਿੰਦਕ ਸੋ ਜੋ ਨਿੰਦਾ ਹੋਰੈ, ਹਮਰਾ ਜੀਵਨ ਨਿੰਦਕ ਲੋਰੈ। ਨਿੰਦਾ ਹਮਰੀ ਪ੍ਰੇਮ ਪਿਆਰ, ਨਿੰਦਾ ਹਮਰਾ ਕਰੇ ਉਧਾਰ। ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਪੰਨਾ 339। ਅਰਥ: ਜਗਤ ਬੇਸ਼ੱਕ ਮੇਰੀ ਨਿੰਦਾ ਕਰੇ, ਬੇਸ਼ੱਕ ਮੇਰੇ ਔਗਣ ਭੰਡੇ, ਪ੍ਰਭੂ ਦੇ ਸੇਵਕ ਨੂੰ ਆਪਣੀ ਨਿੰਦਿਆ ਹੁੰਦੀ ਚੰਗੀ ਲੱਗਦੀ ਹੈ, ਕਿਉਂਕਿ ਨਿੰਦਿਆ ਸੇਵਕ ਦਾ ਮਾਂ ਪਿਓ ਹੈ। ਭਾਵ ਜਿਵੇਂ ਮਾਪੇ ਆਪਣੇ ਬਾਲ ਬੱਚੇ ਵਿੱਚ ਸ਼ੁਭ ਗੁਣ ਵਾਧੇ ਵੇਖਣਾ ਲੋਚਦੇ ਹਨ, ਤਿਵੇਂ ਹੀ ਨਿੰਦਿਆ ਵੀ ਔਗਣ ਨਸ਼ਰ ਕਰਕੇ ਭਲੇ ਗੁਣਾਂ ਲਈ ਸਹਾਇਤਾ ਕਰਦੀ ਹੈ। ਰਹਾਉ। ਜੇ ਲੋਕ ਔਗਣ ਨਸ਼ਰ ਕਰਨ ਤਾਂ ਹੀ ਬੈਕੁੰਠ ਵਿੱਚ ਜਾ ਸਕੀਦਾ ਹੈ, ਕਿਉਂਕਿ ਇਸ ਤਰ੍ਹਾਂ ਆਪਣੇ ਔਗਣ ਛੱਡ ਕੇ ਪ੍ਰਭੂ ਦਾ ਨਾਮ ਰੂਪ ਧਨ ਮਨ ਵਿੱਚ ਵਸਾ ਸਕੀਦਾ ਹੈ। ਜੇ ਹਿਰਦਾ ਸ਼ੁੱਧ ਹੁੰਦਿਆਂ ਸਾਡੀ ਨਿੰਦਿਆ ਹੋਵੇ, ਭਾਵ ਜੇ ਸ਼ੁੱਧ ਭਾਵਨਾ ਨਾਲ ਅਸੀਂ ਆਪਣੇ ਔਗਣਾਂ ਦੀ ਚਰਚਾ ਹੁੰਦੀ ਸੁਣੀਏ, ਤਾਂ ਨਿੰਦਕ ਸਾਡੇ ਮਨ ਨੂੰ ਪਵਿੱਤਰ ਕਰਨ ਵਿੱਚ ਸਹਾਇਤਾ ਕਰਦਾ ਹੈ। ਤਾਂ ਤੇ ਜੋ ਮਨੁੱਖ ਸਾਨੂੰ ਭੰਡਦਾ ਹੈ ਉਹ ਸਾਡਾ ਮਿੱਤਰ ਹੈ, ਕਿਉਂਕਿ ਸਾਡੀ ਸੁਰਤ ਆਪਣੇ ਨਿੰਦਕ ਵਿੱਚ ਰਹਿੰਦੀ ਹੈ। ਭਾਵ ਅਸੀਂ ਆਪਣੇ ਨਿੰਦਕ ਦੀ ਗੱਲ ਬੜੇ ਧਿਆਨ ਨਾਲ ਸੁਣਦੇ ਹਾਂ। ਅਸਲ ਵਿੱਚ ਸਾਡਾ ਮੰਦਾ ਚਿਤਵਣ ਵਾਲਾ ਮਨੁੱਖ ਉਹ ਹੈ ਜੋ ਸਾਡੇ ਐਬ ਨਸ਼ਰ ਹੋਣੋਂ ਰੋਕਦਾ ਹੈ। ਨਿੰਦਕ ਤਾਂ ਸਗੋਂ ਇਹ ਚਾਹੁੰਦਾ ਹੈ ਕਿ ਸਾਡਾ ਜੀਵਨ ਚੰਗਾ ਬਣ ਜਾਏ। ਜਿਉਂ-ਜਿਉਂ ਸਾਡੀ ਨਿੰਦਿਆ ਹੁੰਦੀ ਹੈ, ਤਿਉਂ-ਤਿਉਂ ਸਾਡੇ ਅੰਦਰ ਪ੍ਰਭੂ ਦਾ ਪ੍ਰੇਮ ਪਿਆਰ ਪੈਦਾ ਹੁੰਦਾ ਹੈ। ਸੋ ਦਾਸ ਕਬੀਰ ਲਈ ਤਾਂ ਉਸ ਦੇ ਔਗਣਾਂ ਦੀ ਚਰਚਾ ਹੋਣੀ ਸਭ ਤੋਂ ਵਧੀਆ ਗੱਲ ਹੈ। ਪਰ ਵਿਚਾਰਾ ਨਿੰਦਕ ਸਦਾ ਦੂਜਿਆਂ ਦੇ ਔਗਣਾਂ ਦੀਆਂ ਗੱਲਾਂ ਕਰ ਕਰਕੇ ਆਪ ਉਹਨਾਂ ਔਗਣਾਂ ਵਿੱਚ ਡੁੱਬ ਜਾਂਦਾ ਹੈ ਤੇ ਅਸੀਂ ਆਪਣੇ ਔਗਣਾਂ ਦੀ ਚੇਤਾਵਨੀ ਨਾਲ ਉਹਨਾਂ ਤੋਂ ਬਚ ਨਿਕਲਦੇ ਹਾਂ। ਭਾਵ ਇਹ ਹੈ ਕਿ ਮਨੁੱਖ ਨੂੰ ਚਾਹੀਦਾ ਹੈ ਕਿ ਆਪਣੇ ਔਗਣ ਨਸ਼ਰ ਹੁੰਦੇ ਬੜੇ ਠੰਡੇ ਜਿਗਰੇ ਨਾਲ ਸੁਣੇ, ਤਾਂ ਉਸ ਲਈ ਆਪਣੇ ਅੰਦਰੋਂ ਉਹ ਐਬ ਦੂਰ ਕਰਕੇ ਆਪਣਾ ਜੀਵਨ ਪਵਿੱਤਰ ਬਣਾ ਸਕਣ ਦਾ ਉਹ ਵਧੀਆ ਸਾਧਨ ਬਣ ਰਿਹਾ ਹੁੰਦਾ ਹੈ। ਪਰ ਦੂਜਿਆਂ ਦੇ ਐਬ ਲੱਭ ਕੇ ਉਹਨਾਂ ਦਾ ਪ੍ਰਚਾਰ ਕਰਦੇ ਰਹਿਣ ਵਾਲਾ ਆਪਣੇ ਅੰਦਰ ਕਦੇ ਝਾਤੀ ਨਾ ਮਾਰਨ ਕਰਕੇ ਆਪ ਹੀ ਉਹਨਾਂ ਐਬਾਂ ਵਿੱਚ ਫਸ ਜਾਂਦਾ ਹੈ। ਸੋ ਪਰਮਾਤਮਾ ਦੀ ਬੰਦਗੀ ਵਾਲੇ ਬੰਦੇ ਆਪਣੀ ਨਿੰਦਿਆ ਤੋਂ ਘਬਰਾਉਂਦੇ ਨਹੀਂ ਹਨ। ਪੰਚਮ ਪਾਤਸ਼ਾਹ ਜੀ ਨੇ ਵੀ ਕਬੀਰ ਸਾਹਿਬ ਦੇ ਲਿਖੇ ਇਸ ਸਿਧਾਂਤ ਦੀ ਪੁਸ਼ਟੀ ਕੀਤੀ ਹੈ। ਨਿੰਦਕ ਕੀ ਗਤ ਕਤਹੂ ਨਾਹੀ, ਖਸਮੈ ਏਵੈ ਭਾਣਾ। ਜੋ ਜੋ ਨਿੰਦ ਕਰੇ ਸੰਤਨ ਕੀ, ਤਿਉ ਸੰਤਨ ਸੁਖ ਮਾਨਾ।
ਪੰਨਾ 381। ਅਰਥ, ਖਸਮ ਪ੍ਰਭੂ ਦੀ ਰਜ਼ਾ ਇਉਂ ਹੀ ਹੈ ਕਿ ਸੰਤ ਜਨਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਨੂੰ ਕਿਤੇ ਵੀ ਉੱਚੀ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ, ਕਿਉਂਕਿ ਉਹ ਉੱਚੀ ਆਤਮਿਕ ਅਵਸਥਾ ਵਾਲਿਆਂ ਦੀ ਵੀ ਤਾਂ ਸਦਾ ਨਿੰਦਿਆ ਕਰਦਾ ਹੈ। ਦੂਜੇ ਪਾਸੇ ਜਿਉਂ-ਜਿਉਂ ਕੋਈ ਮਨੁੱਖ ਸੰਤ ਜਨਾਂ ਦੀ ਨਿੰਦਿਆ ਕਰਦਾ ਹੈ, ਉਕਾਈਆਂ ਨਸ਼ਰ ਕਰਦਾ ਹੈ, ਤਿਉਂ-ਤਿਉਂ ਸੰਤ ਜਨ ਇਸ ਵਿੱਚ ਸੁੱਖ ਪ੍ਰਤੀਤ ਕਰਦੇ ਹਨ। ਉਹਨਾਂ ਨੂੰ ਆਪਣੇ ਆਤਮਿਕ ਜੀਵਨ ਦੀ ਪੜਤਾਲ ਕਰਨ ਦਾ ਮੌਕਾ ਮਿਲਦਾ ਹੈ। ਨਿੰਦਕ ਮੈਲ ਧੋਂਦਾ ਹੈ। ਨਿੰਦਕ ਨਿੰਦਾ ਕਰ ਮਲ ਧੋਵੈ, ਉਹ ਮਲ ਭਖ ਮਾਇਆ ਧਾਰੀ, ਸੰਤ ਜਨਾਂ ਕੀ ਨਿੰਦਾ ਵਿਆਪੇ, ਨਾ ਉਰਵਾਰ ਨ ਪਾਰੀ। ਪੰਨਾ 507। ਅਰਥ, ਨਿੰਦਾ ਕਰਨ ਵਾਲਾ ਮਨੁੱਖ ਦੂਜਿਆਂ ਦੀ ਨਿੰਦਿਆ ਕਰ ਕਰਕੇ ਉਹਨਾਂ ਦੇ ਕੀਤੇ ਮੰਦ ਕਰਮਾਂ ਦੀ ਮੈਲ ਤਾਂ ਧੋ ਦਿੰਦਾ ਹੈ, ਪਰ ਉਹ ਮਾਇਆ ਵਿਹੜਿਆ ਮਨੁੱਖ ਪਰਾਈ ਮੈਲ ਖਾਣ ਦਾ ਆਦੀ ਬਣ ਜਾਂਦਾ ਹੈ। ਜਿਹੜੇ ਮਨੁੱਖ ਸੰਤ ਜਨਾਂ ਦੀ ਨਿੰਦਿਆ ਕਰਨ ਵਿੱਚ ਫਸੇ ਰਹਿੰਦੇ ਹਨ, ਉਹ ਇਸ ਨਿੰਦਾ ਦੇ ਸਮੁੰਦਰ ਵਿੱਚੋਂ ਨਾ ਉਰਲੇ ਬੰਨੇ ਆ ਸਕਦੇ ਹਨ ਅਤੇ ਨਾ ਪਰਲੇ ਪਾਸੇ ਲੰਘ ਸਕਦੇ ਹਨ, ਭਾਵ ਨਿੰਦਿਆ ਦੇ ਐਬ ਵਿੱਚ ਫਸੇ ਰਹਿੰਦੇ ਹਨ। ਉਸਤਤ ਅਤੇ ਨਿੰਦਾ ਦੋਹਾਂ ਤੋਂ ਲਾਪਰਵਾਹ ਹੋ ਜਾਣ ਦੀ ਇੱਕ ਹਾਲਤ ਇਹ ਹੈ, ਮੈਂ ਬੌਰੀ ਮੇਰਾ ਰਾਮ ਪਧਾਰ, ਰਚ ਰਚ ਤਾਂ ਕੋ ਕਰੋ ਸ਼ਿੰਗਾਰ, ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ, ਤਨ ਮਨ ਰਾਮ ਪਿਆਰੇ ਜੋਗ ਰਹਾਉ, ਬਾਦ ਵਿਵਾਦ ਕਾਹੂ ਸਿਉ ਨਾ ਕੀਜੈ, ਰਸਨਾ ਰਾਮ ਰਸਾਇਨ ਪੀਜੈ, ਅਬ ਜੀ ਜਾਨ ਐਸੀ ਬਨ ਆਈ, ਮਿਲੋ ਗੋਪਾਲ ਨਿਸ਼ਾਨ ਬਜਾਈ, ਉਸਤਤ ਨਿੰਦਾ ਕਰੇ ਨਰ ਕੋਈ, ਨਾਮੇ ਸ੍ਰੀ ਰੰਗ ਭੇਟਲ ਸੋਈ। ਪੰਨਾ 1164। ਅਰਥ, ਮੇਰਾ ਮਨ ਅਤੇ ਤਨ ਪਿਆਰੇ ਪ੍ਰਭੂ ਜੋਗੇ ਹੋ ਚੁੱਕੇ ਹਨ। ਹੁਣ ਜਗਤ ਬੇਸ਼ੱਕ ਮੈਨੂੰ ਬੜਾ ਭੈੜਾ ਆਖੀ ਜਾਏ, ਨਾ ਮੇਰੇ ਕੰਨ ਵਿੱਚ ਇਹ ਨਿੰਦਾ ਸੁਣਨ ਦੀ ਪਰਵਾਹ ਕਰਦੇ ਹਨ, ਨਾ ਮੇਰਾ ਮਨ ਨਿੰਦਾ ਸੁਣ ਕੇ ਦੁਖੀ ਹੁੰਦਾ ਹੈ। ਰਹਾਉ, ਮੈਂ ਆਪਣੇ ਪ੍ਰਭੂ ਪਤੀ ਦੀ ਨਾਰ ਬਣ ਚੁੱਕੀ ਹਾਂ। ਪ੍ਰਭੂ ਮੇਰਾ ਖਸਮ ਹੈ ਅਤੇ ਮੈਂ ਉਸ ਦੀ ਖਾਤਰ ਕਮਲੀ ਹੋ ਰਹੀ ਹਾਂ। ਉਸ ਨੂੰ ਮਿਲਣ ਲਈ ਮੈਂ ਭਗਤੀ ਦੇ ਭਲੇ ਗੁਣਾਂ ਦੇ ਸੋਹਣੇ ਸ਼ਿੰਗਾਰ ਕਰ ਰਹੀ ਹਾਂ। ਕੋਈ ਨਿੰਦਾ ਪਿਆ ਕਰੇ, ਕਿਸੇ ਨਾਲ ਝਗੜਾ ਕਰਨ ਦੀ ਲੋੜ ਨਹੀਂ। ਜੀਭ ਨਾਲ ਪ੍ਰਭੂ ਦੇ ਨਾਮ ਦਾ ਸ੍ਰੇਸ਼ਟ ਅੰਮ੍ਰਿਤ ਪੀਣਾ ਚਾਹੀਦਾ ਹੈ। ਹੁਣ ਹਿਰਦੇ ਵਿੱਚ ਪ੍ਰਭੂ ਨਾਲ ਜਾਣ ਪਛਾਣ ਕਰਕੇ ਮੇਰੇ ਅੰਦਰ ਅਜਿਹੀ ਹਾਲਤ ਬਣ ਗਈ ਹੈ ਕਿ ਮੈਂ ਲੋਕਾਂ ਦੀ ਨਿੰਦਿਆ ਵੱਲੋਂ ਬੇਪਰਵਾਹ ਹੋ ਕੇ ਆਪਣੇ ਪ੍ਰਭੂ ਨੂੰ ਮਿਲ ਰਹੀ ਹਾਂ। ਕੋਈ ਮਨੁੱਖ ਮੈਨੂੰ ਚੰਗਾ ਆਖੇ, ਚਾਹੇ ਕੋਈ ਮੰਦਾ ਆਖੇ, ਇਸ ਗੱਲ ਦੀ ਮੈਨੂੰ ਪਰਵਾਹ ਨਹੀਂ ਰਹੀ। ਮੈਨੂੰ ਨਾਮੇ ਨੂੰ ਲక్ష్ਮੀ ਦਾ ਪਤੀ ਪਰਮਾਤਮਾ ਮਿਲ ਪਿਆ ਹੈ। ਭਾਵ ਇਹ ਹੈ ਕਿ ਪ੍ਰਭੂ ਪਿਆਰ ਵਿੱਚ ਮਨ ਅਤੇ ਤਨ ਇੰਨੇ ਮਸਤ ਹੋ ਜਾਣੇ ਚਾਹੀਦੇ ਹਨ ਕਿ ਭਾਵੇਂ ਕੋਈ ਚੰਗਾ ਕਹੇ ਜਾਂ ਭੈੜਾ ਕਹੇ, ਇਸ ਗੱਲ ਦੀ ਪਰਵਾਹ ਹੀ ਨਾ ਰਹੇ। ਨਾ ਕੰਨ ਨਿੰਦਿਆ ਸੁਣਨ ਦੀ ਪਰਵਾਹ ਕਰਨ ਅਤੇ ਨਾ ਮਨ ਹੀ ਨਿੰਦਿਆ ਸੁਣ ਕੇ ਦੁਖੀ ਹੋਵੇ। ਕਬੀਰ ਮੈਂ ਜਾਣਿਓ ਪੜ੍ਹਬੋ ਭਲੋ, ਪੜ੍ਹਬੇ ਸਿਉ ਭਲ ਜੋਗ, ਭਗਤ ਨ ਛਾਡੋ RAM ਕੀ, ਭਾਵੇਂ ਨਿੰਦੋ ਲੋਗ। ਪੰਨਾ 1366। ਅਰਥ, ਹੇ ਕਬੀਰ, ਮੈਂ ਸਮਝਿਆ ਸੀ ਕਿ ਵਿਦਿਆ ਪੜ੍ਹਨੀ ਮਨੁੱਖਾ ਜਨਮ ਦਾ ਸਭ ਤੋਂ ਚੰਗਾ ਕੰਮ ਹੋਵੇਗਾ, ਪਰ ਇਹਨਾਂ ਲੋਕਾਂ ਦੇ ਨਿਰੇ ਵਾਦ ਵਿਵਾਦ ਦੇਖ ਕੇ ਮੈਨੂੰ ਯਕੀਨ ਆ ਗਿਆ ਹੈ ਕਿ ਅਜਿਹੀ ਵਿਦਿਆ ਪੜ੍ਹਨ ਨਾਲੋਂ ਪ੍ਰਭੂ ਚਰਨਾਂ ਵਿੱਚ ਜੁੜਨਾ ਮਨੁੱਖ ਲਈ ਭਲਾ ਹੈ। ਸੋ ਇਸ ਗੱਲੋਂ ਜਗਤ ਬੇਸ਼ੱਕ ਮਾੜਾ ਪਿਆ ਆਖੇ, ਮੈਂ ਵਿਦਿਆ ਦੇ ਵੱਟੇ ਵੀ ਪਰਮਾਤਮਾ ਦੀ ਭਗਤੀ ਨਹੀਂ ਛੱਡਾਂਗਾ। ਕਬੀਰ ਸਾਹਿਬ ਉਸੇ ਕਾਂਸ਼ੀ ਬਨਾਰਸ ਦੇ ਹੀ ਰਹਿਣ ਵਾਲੇ ਸਨ, ਜੋ ਪੁਰਾਤਨ ਸਮੇਂ ਤੋਂ ਹਿੰਦੂਆਂ ਦੀਆਂ 5 ਧਾਰਮਿਕ ਪੁਰੀਆਂ ਵਿੱਚੋਂ ਇੱਕ ਪਵਿੱਤਰ ਸ਼ਹਿਰ ਹੈ ਅਤੇ ਜੋ ਪੁਰਾਤਨ ਸਮੇਂ ਤੋਂ ਹੀ ਬ੍ਰਾਹਮਣੀ ਵਿਦਿਆ ਦਾ ਗੜ੍ਹ ਹੈ। ਉੱਚੀਆਂ ਜ਼ਾਤਾਂ ਦੇ ਲੋਕ ਦੂਰ ਦੂਰ ਤੋਂ ਆ ਕੇ ਇੱਥੇ ਵਿਦਿਆ ਪੜ੍ਹਦੇ ਸਨ। ਉਹਨਾਂ ਨੂੰ ਵੇਖ ਕੇ ਕਬੀਰ ਸਾਹਿਬ ਦੇ ਮਨ ਵਿੱਚ ਵਿਦਿਆ ਪੜ੍ਹਨ ਬਾਰੇ ਜੋ ਵਿਚਾਰ ਆਇਆ, ਉਹ ਅਸਾਂ ਉਪਰੋਕਤ ਸ਼ਲੋਕ ਵਿੱਚ ਪੜ੍ਹਿਆ ਹੈ। ਬ੍ਰਾਹਮਣ ਲੋਕ ਕਬੀਰ ਸਾਹਿਬ ਜੀ ਦੀ ਸ਼ੋਭਾ ਹੁੰਦੀ ਨਹੀਂ ਸਨ ਝੱਲ ਸਕਦੇ ਅਤੇ ਉਹਨਾਂ ਦੀ ਨਿੰਦਿਆ ਇਹ ਆਖ ਕੇ ਕਰਦੇ ਸਨ ਕਿ ਉਹ ਅਨਪੜ੍ਹ ਅਤੇ ਗਵਾਰ ਸ਼ੂਦਰ ਹੈ, ਉਸ ਨੂੰ ਬ੍ਰਹਮ ਦਾ ਗਿਆਨ ਨਹੀਂ ਹੋ ਸਕਦਾ। ਕਬੀਰ ਸਾਹਿਬ ਅਜਿਹੀ ਨਿੰਦਿਆ ਤੋਂ ਲਾਪਰਵਾਹ ਪ੍ਰਭੂ ਭਗਤੀ ਵਿੱਚ ਮਸਤ ਸਨ। ਉਹਨਾਂ ਦਾ ਜ਼ਾਤੀ ਤਜਰਬਾ ਹੈ ਕਿ ਪ੍ਰਭੂ ਦੀ ਸੱਚੀ ਭਗਤੀ ਦਾ ਸਦਕਾ
ਜੋ ਕਪਾਟ ਖੋਲ੍ਹਦੇ ਹਨ ਅਤੇ ਜਿਵੇਂ ਖੰਡਾਂ ਬ੍ਰਹਿਮੰਡਾਂ ਦਾ ਗਿਆਨ ਮਤ ਵਿੱਚ ਆ ਉਤਰਦਾ ਹੈ, ਅਜਿਹੀ ਅਲੋਕਾਰ ਪ੍ਰਾਪਤੀ ਕਿਸੇ ਵੱਖਰੀ ਵਿਦਿਆ ਨਾਲ ਨਹੀਂ ਹੋ ਸਕਦੀ। ਪਰ ਇਸ ਦਾ ਅਰਥ ਇਹ ਨਹੀਂ ਕਿ ਕਬੀਰ ਸਾਹਿਬ ਵਿਦਿਆ ਪੜ੍ਹਨ ਦੇ ਵਿਰੋਧੀ ਸਨ। ਭਗਤ ਜੀ ਬ੍ਰਾਹਮਣ ਦੀ ਉਸ ਤੰਗਦਿਲੀ ਤੋਂ ਦੁਖੀ ਸਨ ਜੋ ਕਥਿਤ ਤੌਰ 'ਤੇ ਨੀਵੀਂ ਜ਼ਾਤ ਵਾਲਿਆਂ ਨਾਲ ਬੜੇ ਸਖਤ ਵਿਤਕਰੇ ਦੇ ਰੂਪ ਵਿੱਚ ਸਮਾਜ ਨੂੰ ਗੰਦਾ ਅਤੇ ਨਿਕੰਮਾ ਕਰੀ ਜਾ ਰਹੀ ਸੀ। ਅਗਲੇ ਸ਼ਲੋਕ ਵਿੱਚ ਕਬੀਰ ਸਾਹਿਬ ਫਰਮਾਨ ਕਰਦੇ ਹਨ ਕਿ ਇਹਨਾਂ ਅਗਿਆਨੀ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਭਗਤੀ ਦੇ ਟਾਕਰੇ 'ਤੇ ਅੱਖਰੀ ਵਿਦਿਆ ਦੀ ਕੋਈ ਕੀਮਤ ਨਹੀਂ ਹੈ। ਸੋ ਇਹਨਾਂ ਵੱਲੋਂ ਕੀਤੀ ਜਾ ਰਹੀ ਨਿੰਦਿਆ ਦਾ ਅਸਰ ਇਹੀ ਹੈ ਕਿ ਮੇਰੀ ਸੁਰਤੀ ਪ੍ਰਭੂ ਦੀ ਯਾਦ ਵੱਲ ਵਧੀ ਹੈ। ਕਬੀਰ ਲੋਕ ਕੈ ਨਿੰਦੇ ਬਪੁੜਾ, ਜਿਹ ਮਨ ਨਾਹੀ ਗਿਆਨ, ਰਾਮ ਕਬੀਰਾ ਰਵ ਰਹੇ, ਅਵਰ ਤਜੇ ਸਭ ਕਾਮ। ਪੰਨਾ 1366। ਸਭ ਕੋਈ ਹੈ ਖਸਮ ਕਾ, ਖਸਮੋ ਸਭ ਕੋ ਹੋਏ, ਹੁਕਮ ਪਛਾਣੇ ਖਸਮ ਕਾ, ਤਾਂ ਸੱਚ ਪਾਵੈ ਕੋਏ। ਗੁਰਮੁਖ ਆਪ ਪਛਾਣੀਏ, ਬੁਰਾ ਨਾ ਦੀਸੈ ਕੋਏ, ਨਾਨਕ ਗੁਰਮੁਖ ਨਾਮ ਧਿਆਈਐ, ਸਹਿਲਾ ਆਇਆ ਸੋਏ। ਪੰਨਾ 1244। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਦੂਜਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। 6ਵੇਂ ਕਾਂਡ ਦਾ 17ਵਾਂ ਅਤੇ 18ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।